श्री अकाल स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ ਕੈਨੇਡਾ ਪਰਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਸਨੋ ਨੇ ਦਸਤਕ ਦੇ ਦਿੱਤੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਕੈਨੇਡਾ ਵਿੱਚ ਵਾਈਟ ਕ੍ਰਿਸਮਸ ਵੇਖਣ ਨੂੰ ਜ਼ਰੂਰ ਮਿਲੇਗੀ। ਸੋ ਆਓ ਐਸੇ ਉਮੀਦ ਦੇ ਨਾਲ ਸ਼ੁਰੂ ਕਰਦੇ ਹਾਂ NRI वर्ड ਦੀਆਂ ਕੁਝ ਖਾਸ ਸਰਗਰਮੀਆਂ। 2018 ਵਿੱਚ ਕੈਨੇਡਾ ਸਰਕਾਰ ਵੱਲੋਂ ਕੈਨੇਬੀਸ ਸੇਲ ਨੂੰ ਲੀਗਲਾਈਜ਼ ਕੀਤਾ ਜਾ ਰਿਹਾ ਹੈ। ऐसे संबंधी बीते दिनी मैंबर पार्लीमेंट बिल ब्लेयर ਅਤੇ मैंबर पार्लीमेंट सोनिया सिद्धू ਵੱਲੋਂ ब्रैम्पटन ਵਿੱਚ ਲੋਕਾਂ ਲਈ ਇੱਕ ਰਾਉਂਡ ਟੇਬਲ ਮੀਟਿੰਗ ਰੱਖੀ ਗਈ ਜਿਸ ਵਿੱਚ 21 ਦੇ ਕਰੀਬ ਆਰਗੇਨਾਈਜੇਸ਼ਨਸ ਨੇ ਵੀ ਹਿੱਸਾ ਲਿਆ। ਪੇਸ਼ ਹੈ ਇੱਕ ਰਿਪੋर्ट। ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਬਿਸ ਲੀਗਲਾਈਜੇਸ਼ਨ ਲਈ ਰੈਗੂਲੇਸ਼ਨ ਸੰਬੰਧੀ ਬਰੈਂਪਟਨ ਦੇ ਵਿੱਚ ਰਾਉਂਡ ਟੇਬਲ ਆਰਗੇਨਾਈਜ਼ ਕੀਤੀ ਜਿਸ ਵਿੱਚ MP ਬਿਲ ਬਲੇਅਰ ਵੀ ਖਾਸ ਤੌਰ ਤੇ ਮੌਜੂਦ ਰਹੇ। ਇਸ ਬੈਠਕ ਦੇ ਵਿੱਚ 21 ਕਮਿਊਨਿਟੀ ਆਰਗੇਨਾਈਜੇਸ਼ਨਸ ਵੀ ਸ਼ਾਮਿਲ ਸਨ। ਮੀਟਿੰਗ ਦੇ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ 2018 ਦੇ ਵਿੱਚ ਲੀਗਲ ਕੀਤੀ ਜਾ ਰਹੀ ਕੈਨੇਬਿਸ ਬਾਰੇ ਵਿਚਾਰ ਚਰਚਾ ਕੀਤੀ ਗਈ। ਅੱਜ ਦਾ ਜਿਹੜਾ ਇਵੈਂਟ ਸੀ ਐਕਚੁਅਲੀ 2 ਇਵੈਂਟਸ ਸੀਗੇ। ਵਨ ਇਜ਼ ਅ ਰਾਉਂਡ ਟੇਬਲ, ਵਨ ਇਜ਼ ਅ ਟਾਊਨ ਹਾਲ। ਸੋ ਇਹ ਜਿਹੜੀ ਰਾਉਂਡ ਟੇਬਲ ਦੇ ਟਾਊਨ ਹਾਲ ਸੀਗਾ ਜਿਹਦੇ ਰਾਉਂਡ ਟੇਬਲ ਦੇ ਵਿੱਚ 21 ਆਰਗੇਨਾਈਜੇਸ਼ਨ ਨੇ ਪਾਰਟਿਸਿਪੇਟ ਕੀਤਾ। ਉਹਦੇ ਵਿੱਚ ਇਹ ਸੀਗਾ ਕਿ ਕੈਨਬਿਸ ਦਾ ਜਿਹੜਾ ਕਿ ਅਸੀਂ ਹੈਲਥ ਕਮੇਟੀ ਦੇ ਵਿੱਚ C45 ਜਿਹੜਾ ਅਸੀਂ ਉਹਦੀ ਕੀ ਰੂਲਸ ਐਂਡ ਰੈਗੂਲੇਸ਼ਨ 60 ਡੇਜ਼ ਜਿਹੜੀ ਕੰਸਲਟੇਸ਼ਨ ਪੀਰੀਅਡ ਸੀਗਾ ਉਹਦੇ ਵਿੱਚ ਕਮਿਊਨਿਟੀ ਲੀਡਰਸ ਤੋਂ ਕਮਿਊਨਿਟੀ ਆਰਗੇਨਾਈਜੇਸ਼ਨਸ ਤੋਂ ਵਿਊਜ਼ ਲੈ ਗਏ ਕਿ ਕੀ ਹੋਣਾ ਚਾਹੀਦਾ। ਫੀਡਬੈਕ ਵਾਜ਼ ਵੈਰੀ ਕੰਸਟਰਕਟਿਵ ਸੀਗੀ। ਜਿਹੜੇ ਇਸ਼ੂਜ਼ ਸੀਗੇ ਕਮਿਊਨਿਟੀ ਦੇ ਕਿ ਡਰਾਈਵਿੰਗ ਵਾਸਤੇ ਜਾਂ ਟਰੱਕਿੰਗ ਇੰਡਸਟਰੀਜ਼ ਤੋਂ ਸੀ। ਇਟ ਵਾਜ਼ ਅ ਸ਼ੋਰਟ ਟਾਈਮ ਬਟ ਫਿਰ ਵੀ ਜਿਹੜੇ ਬਹੁਤ ਹੀ ਕੁਐਸਚਨਸ ਤੁਸੀਂ ਵੀ ਵਾਚ ਕਰ ਰਹੇ ਸੀਗੇ ਵਾਜ਼ ਗ੍ਰੇਟ ਕੁਐਸਚਨਸ। ਹਰ ਇੱਕ ਨੇ ਆਪਣੇ ਆਪਣੇ ਜਿਹੜੇ ਇਸ਼ੂਜ਼ ਦੱਸੇ ਔਰ ਜਿਹੜੇ ਸੀਗੇ ਬਿਲ ਬਲੇਅਰ ਜਿਨ੍ਹਾਂ ਦਾ 40 ਈਅਰ ਐਕਸਪੀਰੀਅੰਸ ਹੈਗਾ ਐਜ਼ ਏ ਐਕਸ ਜਿਹੜੇ ਪੁਲਿਸ ਮੁਖੀ ਵੀ ਰਹੇ ਹੈਗੇ ਆ ਟੋਰਾਂਟੋ ਦੇ ਵਿੱਚ। ਉਹਨਾਂ ਨੇ ਬੜੇ ਹੀ ਵਾਜ਼ ਵੈਰੀ ਨੌਲੇਜੇਬਲ ਔਨ ਦਿਸ ਇਸ਼ੂ। ਬਹੁਤ ਹੀ ਚੰਗੀ ਢੰਗ ਨਾਲ ਉਹਨਾਂ ਨੇ ਸਾਰਿਆਂ ਨੇ ਆਨਸਰ ਕੀਤਾ। ਸਟੇਕ ਹੋਲਡਰਸ ਦੇ ਨਾਲ ਰਾਉਂਡ ਟੇਬਲ ਤੋਂ ਬਾਅਦ ਲੋਕਾਂ ਦੇ ਨਾਲ ਵੀ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਲੋਕਾਂ ਨੇ MPs ਦੇ ਅੱਗੇ ਆਪਣੇ ਸਵਾਲ ਰੱਖੇ। I was very pleased today to come at the invitation of my colleague and friend Sonia Sidhu here to Brampton. We had the opportunity to meet in a round table with Mayor Jackson and with a number of civic officials here in Brampton, including from the police and the fire department, and a number of community organizations. And we've just concluded a town hall in which I've had the opportunity to explain to the residents of Brampton the government's intention to legalize and strictly regulate and restrict the access that our kids have to cannabis and to put in regulations that we believe will displace the criminal market and help keep our communities safe. And I'm very pleased to explain the opportunity or explain the government's policy and program and also to answer the questions and listen to the concerns of the people of Brampton. ਜ਼ਿਕਰਯੋਗ ਹੈ ਕਿ ਦੁਨੀਆ ਦੇ ਵਿੱਚ ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਨੌਜਵਾਨਾਂ ਵੱਲੋਂ ਸਭ ਤੋਂ ਜ਼ਿਆਦਾ ਕੈਨੇਬਿਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਕੱਲੇ ਪੀਲ ਰੀਜਨ ਦੇ ਵਿੱਚ 9ਵੀਂ ਤੋਂ 12ਵੀਂ ਗ੍ਰੇਡ ਦੇ 35% ਵਿਦਿਆਰਥੀ ਕੈਨੇਬਿਸ ਦਾ ਇਸਤੇਮਾਲ ਕਰਦੇ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੈਨੇਬਿਸ ਦੇ ਯੂਜ਼, ਪ੍ਰੋਡਕਸ਼ਨ ਅਤੇ ਸੇਲ ਸੰਬੰਧੀ ਕਾਫੀ ਸਖਤੀ ਵਰਤੀ ਜਾਏਗੀ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰੀਮੀਅਰ ਕੈਥਲੀਨ ਵਿਨ ਵੱਲੋਂ ਖਾਸ ਤੌਰ ਤੇ ਬਰੈਂਪਟਨ ਦੇ ਲੋਕਾਂ ਲਈ ਟਾਊਨ ਹਾਲ ਆਰਗੇਨਾਈਜ਼ ਕੀਤਾ ਗਿਆ। ਇਸ ਸੀਜ਼ਨ ਦਾ ਪ੍ਰੀਮੀਅਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇਹ ਦੂਜਾ ਟਾਊਨ ਹਾਲ ਸੀ। ਬਰੈਂਪਟਨ ਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਪ੍ਰੀਮੀਅਰ ਦੇ ਸਾਹਮਣੇ ਰੱਖੇ ਤੇ ਪ੍ਰੀਮੀਅਰ ਨੇ ਬਹੁਤ ਹੀ ਸਹਿਜਤਾ ਨਾਲ ਉਹਨਾਂ ਦਾ ਜਵਾਬ ਵੀ ਦਿੱਤਾ। ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਵੱਲੋਂ ਬੀਤੇ ਦਿਨੀ ਬਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੀਏਸ਼ਨ ਸੈਂਟਰ ਵਿਖੇ ਟਾਊਨ ਹਾਲ ਮੀਟਿੰਗ ਕੀਤੀ ਗਈ। ਪ੍ਰੀਮੀਅਰ ਵੱਲੋਂ ਇਸ ਸੀਜ਼ਨ ਵਿੱਚ ਕੀਤੀ ਗਈ ਇਹ ਦੂਜੀ ਟਾਊਨ ਹਾਲ ਮੀਟਿੰਗ ਸੀ। ਇਸ ਟਾਊਨ ਹਾਲ ਲਈ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਉੱਥੇ ਆ ਕੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਸੰਬੰਧਿਤ ਸਵਾਲ ਪੁੱਛ ਸਕਣ। ਇਸ ਟਾਊਨ ਹਾਲ ਮੀਟਿੰਗ ਦਾ ਮਕਸਦ ਸਿੱਖਿਆ, ਸਿਹਤ ਸੰਭਾਲ, ਜੌਬ ਸਿਕਿਉਰਿਟੀ ਅਤੇ ਹੋਰ ਮੁੱਦਿਆਂ ਉੱਤੇ ਬਰੈਂਪਟਨ ਵਾਸੀਆਂ ਦੀ ਰਾਏ ਜਾਣਨਾ ਸੀ। We're here at Century Gardens and this has been the second town hall that the Premier of Ontario has come. She came to Brampton and talked about some of those issues that are really important to our Bramptonians: healthcare, auto insurance. She talked about the university. She also heard from my council about governance and making sure that Brampton is fair and equitably represented. I thought the questions were
I'm disadvantaged in that I must say that Brampton questions were extraordinarily articulate and thoughtful. I have some pretty smart residents that asked some really thoughtful questions about legislation, about affordable housing, about poverty. I think it was a good evening, and I think the Premier really stepped up and gave us a real sense of what she's working on and what her government has achieved over the last 3 years. So it was a good night. Yes, the purpose is to listen, to hear, and then look at all the issues that has been raised tonight at this town hall, and so that we can look them from all viewpoints ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਇਹ ਹੈਲਥ ਹੈ, ਚਾਹੇ ਇਹ ਐਜੂਕੇਸ਼ਨ ਹੈ, ਚਾਹੇ ਇਨਫਰਾਸਟ੍ਰਕਚਰ ਹੈ, ਚਾਹੇ ਇਹ ਟ੍ਰਾਂਜ਼ਿਟ ਹੈਗੀ ਆ, ਉਹਦੇ ਬਾਰੇ ਜਿਹੜੇ ਹੈ ਅਸੀਂ ਇੰਟੀਰੀਅਰ ਨੂੰ ਹੋਰ ਵੀ ਬਿਹਤਰ ਬਣਾ ਸਕੀਏ। ਸਾਡੇ ਕੋਲ ਇੱਕ ਬਹੁਤ ਜ਼ਰੂਰੀ ਕੁਐਸਚਨ ਸੀਗਾ ਕਿ ਪ੍ਰੀਮੀਅਰ ਨੇ ਕਦੋਂ ਸਟੈਪ ਲੈਣਾ ਸਾਨੂੰ ਰਿਪਰੈਜ਼ੈਂਟੇਸ਼ਨ ਦੇਣ ਵਾਸਤੇ। ਪੀਲ ਰੀਜਨਲ ਕਾਉਂਸਲ ਤੇ ਉੱਥੇ ਸਾਡੀਆਂ 7 ਸੀਟਾਂ ਨੇ, ਮਿਸੀਸਾਗਾ ਕੋਲ 12 ਸੀਟਾਂ ਨੇ ਤੇ ਕੈਲਗਰੀ ਕੋਲ 5 ਨੇ। We're asking for all 11 of our city councillors to be able to sit at the region appeal. So 4 ਹੋਰ ਸੀਟ ਸਾਨੂੰ ਚਾਹੀਦੀਆਂ ਨੇ। So ਉਹਨਾਂ ਨੇ ਆਨਸਰ ਦਿੱਤਾ ਸੀ, they said we're going to be speaking a little bit more in depth. So hopefully ਛੇਤੀ ਗੱਲਬਾਤ ਹੋਗੀ ਪ੍ਰੀਮੀਅਰ ਦੇ ਨਾਲ। So we want to make sure that we address all of Brampton's issues from a council perspective as well. Thank you. ਇਸ ਟਾਊਨ ਹਾਲ ਵਿੱਚ ਬ੍ਰੈਂਪਟਨ ਨਿਵਾਸੀਆਂ ਨੇ ਪ੍ਰੀਮੀਅਰ ਨੂੰ ਕਈ ਸਖਤ ਸਵਾਲ ਪੁੱਛੇ ਤੇ ਪ੍ਰੀਮੀਅਰ ਵੱਲੋਂ ਸਾਰੇ ਸਵਾਲਾਂ ਦੇ ਬੜੀ ਸਹਿਜਤਾ ਨਾਲ ਜਵਾਬ ਦਿੱਤੇ ਗਏ। We definitely have some human right issues going on with our pay equity. You're well aware of it. Karen Chan is well aware of it. That is part of the retention strategy of our community living agencies. And when is that pay equity going to be paid? You are the funder as the province. We are a transfer agency. When is our pay equity coming? So that is a related question, and so I appreciate you raising it. And as I said, I used community living as an example of an organization that we need to make sure can get through this transition in the best way. And so we are working at gathering that information, and we'll be coming forward with a plan. It's been 30 years. We're still waiting. Okay, thank you. We heard a lot about the concerns of auto insurance and healthcare. And one of the biggest concerns, and I guess for our next generation, and in providing them with security, with education, we heard the province commitment on building a university in Brampton. And I think Brampton has been kind of co-termed a sleeper city because we leave the city to go to school, we leave the city to go to work. We're spending a huge portion of our time on the roads. Our auto insurance rates are high. So can you please update us on what is happening with that commitment on a university here in Brampton? Well, that commitment is in place. I know that having a university in Brampton is going to be a game changer. It's a great thing. I know that your city council is incredibly supportive, and we have committed to opening a university, and we're working with your municipality right now to make that happen. ਆ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਅਜਿਹੇ ਟਾਊਨ ਹਾਲ ਜ਼ਰੀਆ ਬਣਦੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉਹਨਾਂ ਦੇ ਸਾਹਮਣੇ ਰੱਖਣ ਦਾ। ਵਿਰਾਸਤ-ਏ-ਖਾਲਸਾ ਵੱਲੋਂ ਪਹਿਲੀ ਵਾਰ ਕੈਨੇਡਾ ਵਿੱਚ ਸਾਊਂਡ ਐਂਡ ਲੇਜ਼ਰ ਸ਼ੋਅ ਆਰਗੇਨਾਈਜ਼ ਕੀਤਾ ਗਿਆ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਆਧਾਰਿਤ ਸੀ। ਕਰੀਬ 1 ਘੰਟੇ ਤੱਕ ਚੱਲਣ ਵਾਲੇ ਇਸ ਸ਼ੋਅ ਦੀ ਐਂਟਰੀ ਫ੍ਰੀ ਰੱਖੀ ਗਈ ਸੀ। ਇਸ ਸ਼ੋਅ ਤੇ ਕਰੀਬ $50,000 ਦਾ ਖਰਚ ਆਇਆ ਹੈ। ਕਮਿਊਨਿਟੀ ਵੱਲੋਂ ਇਸ ਸ਼ੋਅ ਨੂੰ ਕਾਫੀ ਸਰਾਹਿਆ ਗਿਆ। ਵਿਰਾਸਤ-ਏ-ਖਾਲਸਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਸਾਊਂਡ ਅਤੇ ਲੇਜ਼ਰ ਸ਼ੋਅ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਮੇਂ ਤੇ 2 ਸ਼ੋਅਜ਼ ਰੱਖੇ ਗਏ ਸਨ ਅਤੇ ਇਹ ਦੋਵੇਂ ਸ਼ੋਅ ਬ੍ਰੈਂਪਟਨ ਦੇ ਵਿੱਚ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਗਏ। ਇਹ ਸ਼ੋਅ ਸਾਰਿਆਂ ਲਈ ਫ੍ਰੀ ਸੀ ਜਿਸ ਨੂੰ ਵੱਡੀ ਗਿਣਤੀ ਦੇ ਵਿੱਚ ਲੋਕੀ ਵੇਖਣ ਲਈ ਪਹੁੰਚੇ। ਬੱਚੇ, ਵੱਡੇ, ਬਜ਼ੁਰਗ ਹਰ ਕਿਸੇ ਨੇ ਇਸ ਸ਼ੋਅ ਦੇ ਵਿੱਚ ਆਪਣੀ ਹਾਜ਼ਰੀ ਲਵਾਈ। ਜਿਵੇਂ ਕਿ 550 ਸਾਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਆਉਣਾ ਜੀ ਔਰ ਉਹਦੇ ਲਈ ਜਿਹੜੀ ਆ ਉਹ ਹੁਣ ਤੋਂ ਤਿਆਰੀ ਜਿਹੜੀ ਆ ਉਹ ਆਰੰਭ ਦਿੱਤੀ ਗਈ ਆ ਔਰ ਉਹ ਇੱਕ ਬਹੁਤ ਹੀ ਚੰਗੀ ਸਕ੍ਰਿਪਟ ਜਿਹੜੀ ਆ ਜੀ ਉਹ ਬਣਾ ਕੇ ਤੇ ਕਿਉਂਕਿ ਇਹ ਇੱਕ ਪਹਿਲਾ ਤਜਰਬਾ ਸੀ
ਔਰ ਇਹ ਤਜਰਬਾ ਜਿਹੜਾ ਜੀ ਉਹ ਕਾਮਯਾਬ ਰਿਹਾ। ਔਰ ਭਵਿੱਖ ਦੇ ਵਿੱਚ ਗਰਮੀਆਂ ਦੇ ਵਿੱਚ ਕਿਉਂਕਿ ਅੱਜ ਤਾਂ ਠੰਡ ਬਹੁਤ ਆ ਬਾਹਰ, ਇਸ ਕਰਕੇ ਇਨਡੋਰ ਕਰਨਾ ਪਿਆ। ਸੋ ਗਰਮੀਆਂ ਦੇ ਵਿੱਚ ਆਪਾਂ ਆਊਟਡੋਰ ਕਰਾਂਗੇ ਜੀ, ਕਿਉਂਕਿ ਨਵੀਂ ਤਕਨੀਕ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ। ਵਿਰਾਸਤ-ਏ ਖਾਲਸਾ ਸੰਸਥਾ ਦਾ ਸਭ ਤੋਂ ਵੱਡਾ ਇਹ ਇੱਕ ਅਕੀਦਾ ਸੀ ਕਿ ਬੱਚੇ ਨੇ ਜਿਹੜੇ ਉਹ ਵੱਧ ਤੋਂ ਵੱਧ ਜੀ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ ਔਰ ਨਵੀਂ ਟੈਕਨੋਲੋਜੀ ਦੇ ਨਾਲ ਜਿਹੜਾ ਪਹਿਲੀ ਵਾਰ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਸ਼ੋਅ ਆ ਜਿਹੜਾ ਉਹ ਲੇਜ਼ਰ ਸ਼ੋਅ ਆ ਉਹ ਅੱਜ ਇੱਥੇ ਦਿਖਾਇਆ ਗਿਆ। ਸਾਡੀ ਸਾਰੀ ਜਿਹੜੀ ਟੀਮ ਹੈ ਵਿਰਾਸਤ-ਏ ਖਾਲਸਾ ਦੀ ਉਹਦੇ ਵੱਲੋਂ ਸਾਡੀਆਂ ਸੰਗਤਾਂ ਦਾ ਬੇਹੱਦ ਸ਼ੁਕਰਾਨਾ ਕਰਦੇ ਹਾਂ ਅਸੀਂ। ਨਾਲ ਦੇ ਖਾਸ ਤੇ ਜਿੰਨੇ ਸਾਡੇ ਮੀਡੀਆ ਵਾਲੇ ਵੀਰ ਭੈਣ ਨੇ ਇਨਕਲੂਡਿੰਗ PTC ਕਿ ਜੇ ਸਾਨੂੰ ਬਹੁਤ ਭਰਮਾ ਹੁੰਗਾਰਾ ਦਿੱਤਾ। ਸਾਡਾ ਸੁਨੇਹਾ ਪਿਛਲੇ 3-4 ਹਫ਼ਤੇ ਦੇ ਵਿੱਚ ਸੰਗਤਾਂ ਤੱਕ ਪੁੱਜਦਾ ਕੀਤਾ ਔਰ ਸੰਗਤਾਂ ਨੇ ਵੀ ਜੀ ਬੇਹੱਦ ਉਤਸ਼ਾਹ ਦਿਖਾ ਕੇ ਇਹ ਅੱਜ ਜਿਹੜਾ ਪੂਰੇ ਦਾ ਪੂਰਾ ਹਾਲ ਭਰਿਆ। ਅੱਜ ਦਾ ਜੋ ਲੇਜ਼ਰ ਸ਼ੋਅ ਮੈਂ ਵੀ ਪਹਿਲੀ ਵਾਰ ਦੇਖਿਆ ਹੈ। ਧੰਨ ਧੰਨ ਸਾਹਿਬ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ 350ਵੇਂ ਪ੍ਰਕਾਸ਼ ਦੇ ਸੰਬੰਧ 'ਚ ਬਣਾਇਆ ਗਿਆ ਸੀਗਾ। ਇਹ ਬਹੁਤ ਵਧੀਆ ਤਰੀਕਾ ਹੈ ਸਾਨੂੰ ਸਮਝਾਉਣ ਵਾਸਤੇ, ਬੱਚਿਆਂ ਨੂੰ ਸਪੈਸ਼ਲੀ ਆਉਣ ਵਾਲੀ ਜਨਰੇਸ਼ਨ ਹੈ ਜੋ ਨਵੀਂ, ਉਹਨਾਂ ਨੂੰ ਦੱਸਣ ਵਾਸਤੇ, ਕਿਉਂਕਿ ਆਪਾਂ ਦੇ ਆਪਣੀ ਸਮੇਂ ਦੇ ਵਿੱਚ ਬੁੱਕਸ ਪੜ੍ਹ ਕੇ ਇਹ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ, ਪਰ ਬੱਚਿਆਂ ਨੂੰ ਸਮਝਾਉਣ ਵਾਸਤੇ ਮੂਵੀ ਦਾ ਨਵੀਂ ਟੈਕਨੋਲੋਜੀ ਦਾ ਸਹਾਰਾ ਲਿਆ ਹੈ। ਬਹੁਤ ਵਧੀਆ ਉਪਰਾਲਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਰਾਲੇ ਇੱਦਾਂ ਦੇ ਹੋਣੇ ਚਾਹੀਦੇ ਹਨ। ਲੇਜ਼ਰ ਸ਼ੋਅ ਬਹੁਤ ਵਧੀਆ ਸੀ, ਬਹੁਤ ਮਿਹਨਤ ਨਾਲ ਬਣਾਇਆ। ਇਹ ਜਿਹੇ ਸ਼ੋਅ ਹੋਣੇ ਚਾਹੀਦੇ ਆ, ਬੱਚਿਆਂ ਨੂੰ ਪਤਾ ਲੱਗਦਾ। ਬਹੁਤ ਵਧੀਆ ਉਪਰਾਲਾ, ਇਹ ਹਮੇਸ਼ਾ ਹੋਣਾ ਚਾਹੀਦਾ। ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਇਹ ਸਭ ਕੁਝ ਦੱਸਦਾ ਸੀਗਾ ਆਪਣੇ ਬਾਰੇ, ਆਪਣੇ ਧਰਮ ਦੇ ਬਾਰੇ, ਕਿਉਂਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਅਤੇ ਕੇਸ ਰੱਖਣੇ ਚਾਹੀਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਹਿਸਟਰੀ ਦੱਸੀ ਸੀਗੀ ਅਤੇ ਉਹਨਾਂ ਨੂੰ ਜਿਵੇਂ ਕਿਵੇਂ ਗੋ ਥਰੂ ਕਰਨਾ ਪਿਆ ਅਤੇ ਥੋੜ੍ਹਾ ਬਹੁਤਾ ਗੁਰੂ ਨਾਨਕ ਦੇਵ ਜੀ ਦੇ ਬਾਰੇ ਅਤੇ ਸਾਰੇ ਗੁਰੂਆਂ ਦੇ ਬਾਰੇ ਦੱਸਿਆ ਸੀਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਲੇਜ਼ਰ ਸ਼ੋਅ ਪਹਿਲੀ ਵਾਰ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਹੈ ਅਤੇ ਇਸ ਦਾ ਮਕਸਦ ਸੀ ਕਮਿਊਨਿਟੀ ਦੇ ਬੱਚਿਆਂ ਦੇ ਦਿਲਾਂ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਚੇਤਨਾ ਪੈਦਾ ਕਰਨਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਰੁਕ ਕਰਾਂਗੇ ਬ੍ਰਿਟਿਸ਼ ਕੋਲੰਬੀਆ ਦਾ। ਤੁਸੀਂ ਬਣੇ ਰਹੋ ਸਾਡੇ ਨਾਲ। ਬੀਤੇ ਦਿਨੀ ਹੋਈਆਂ ਫੈਡਰਲ ਬਾਈ ਇਲੈਕਸ਼ਨਸ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰੀ ਵਾਈਟ ਰੌਕ ਦੀ ਸੀਟ ਤੇ ਲਿਬਰਲਸ ਨੇ ਜਿੱਤ ਹਾਸਲ ਕੀਤੀ ਹੈ। ਇਹ ਪਹਿਲੀ ਵਾਰੀ ਹੋਇਆ ਜਦੋਂ ਇਹ ਸੀਟ ਲਿਬਰਲਸ ਦੀ ਝੋਲੀ ਵਿੱਚ ਪਈ ਹੈ। ਇਸੇ ਸੰਬੰਧੀ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਰਣਦੀਪ ਸਰਾਏ ਨੇ ਨਵੇਂ ਜੇਤੂ ਗੌਡੀ ਹੌਕ ਨੂੰ ਮੁਬਾਰਕਬਾਦ ਦਿੱਤੀ ਅਤੇ PTC ਪੰਜਾਬੀ ਨਾਲ ਇਸੇ ਸੰਬੰਧੀ ਖਾਸ ਗੱਲਬਾਤ ਵੀ ਕੀਤੀ। ਸਾਊਥ ਸਰੀ ਵਾਈਟ ਰੌਕ ਤੋਂ ਜੋ ਬਾਈ ਇਲੈਕਸ਼ਨਾਂ ਹੋਈਆਂ ਫੈਡਰਲ ਲੈਵਲ ਦੀਆਂ, ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਬੜੇ ਲੰਮੇ ਸਮੇਂ ਤੋਂ ਉੱਥੇ ਟੋਰੀ ਸਰਕਾਰ, ਟੋਰੀ ਜੋ ਪਾਰਟੀ ਸੀਗੀ ਉਹਨਾਂ ਦੇ MP ਜਿੱਤਦੇ ਰਹੇ ਸਨ, ਪਰ ਇਹ ਪਹਿਲੀ ਵਾਰੀ ਹੋਇਆ ਕਿ ਉੱਥੋਂ ਲਿਬਰਲ ਪਾਰਟੀ ਦੇ MP ਜਿੱਤ ਕੇ ਗੋਡੀ ਹੌਕ ਹੋਣੀ ਪਾਰਲੀਮੈਂਟ ਵਿੱਚ ਗਏ ਨੇ। ਮੇਰੇ ਨਾਲ ਸੁਖ ਧਾਲੀਵਾਲ ਨੇ, ਗੱਲਬਾਤ ਕਰਦੇ ਆ ਧਾਲੀਵਾਲ ਸਾਹਿਬ ਨਾਲ ਕਿ ਇਸ ਜਿੱਤ ਨੂੰ ਕਿਸ ਤਰ੍ਹਾਂ ਲੈਂਦੇ ਹੋ। ਧਾਲੀਵਾਲ ਸਾਹਿਬ, ਤੁਸੀਂ ਇਸ ਜਿੱਤ ਨੂੰ ਕਿੱਦਾਂ ਲੈਂਦੇ ਹੋ? ਕਿ ਇਹ ਮੰਨਿਆ ਜਾਏ ਕਿ ਜੋ ਵੀ ਟਰੂਡੋ ਸਰਕਾਰ ਨੇ ਅੱਜ ਤੱਕ ਕੀਤਾ ਇਹ ਉਹਦੀ ਜਿੱਤ ਆ ਕਿ ਜਾਂ ਉੱਥੇ ਗੋਡੀ ਹੌਕ ਹੋਣਾ ਦੇ ਜੋ ਕਿ MLA ਬੜੇ ਚਿਰ ਤੋਂ ਸਨ, ਮੇਅਰ ਸਨ, ਕਿ ਉਹਨਾਂ ਦੀ ਆਪਣੀ ਇੱਕ ਪਰਸਨਲ ਹੈ? ਦੇਖੋ, ਸਾਨੂੰ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਲੋਇਲ ਲਿਬਰਲ ਹੈਗਾ, ਸਾਡੀ ਪਾਰਟੀ ਦੀ ਜਿੱਤ ਹੈਗੀ ਆ ਔਰ ਨਾਲ ਹੀ ਸਾਡੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਰਕਾਰ ਜਿਹੜੀਆਂ ਉਹਦੀ ਪਾਲਿਸੀ ਦੀ। ਔਰ ਤੀਸਰੀ ਜਿਹੜੀ ਗੱਲ ਕਰਦੇ ਆ ਉਹ ਹੈਗੀ ਆ ਗੋਡੀ ਹੌਕ ਜਿਹੜੇ ਆ ਉਹਨਾਂ ਦਾ ਆਪ ਦਾ ਬਹੁਤ ਵਜੂਦ ਆ, ਕਿਉਂਕਿ ਜਦੋਂ ਉਸ ਪਰਿਵਾਰ ਨੂੰ ਦੇਖਦੇ ਆ ਉਸ ਪਰਿਵਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਇਹਦੇ ਵਿੱਚ। ਔਰ ਚੌਥੀ ਗੱਲ ਕਿ ਜਿਹੜੀ ਵੱਡੀ ਗੱਲ ਜਿਹੜੀ ਮੈਨੂੰ ਸਾਰਿਆਂ ਨਾਲੋਂ ਵੀ ਜਿਹੜੀ ਵਧੀਆ ਲੱਗੀ ਉਹਦੇ ਵਿੱਚ ਇਹ ਸੀ ਵੀ ਲਿਬਰਲ ਸਭਾਵਾਂ ਦੇ ਵਿੱਚ ਡਜਨਟ ਮੈਟਰ ਅਸੀਂ ਕਿੱਥੇ ਮੈਂਬਰ ਆਫ ਪਾਰਲੀਮੈਂਟ ਹੋਈਏ ਜਾਂ ਕੋਈ ਵੀ ਸਭਾ ਦਾ ਮੈਂਬਰ ਹੋਵੇ, ਉਹ ਸਭਾਵਾਂ ਜਿਹੜੀਆਂ ਇਸ ਵੇਲੇ ਇਕੱਠੀਆਂ ਹੋਈਆਂ ਸੀ। ਕਿਉਂਕਿ ਜਿਹੜੀ ਕਮਿਊਨਿਟੀ ਹੈਗੀ ਆਪਣੀ, ਖਾਸ ਕਰਕੇ ਜਿਹੜੇ ਇਮੀਗ੍ਰੈਂਟ ਕਮਿਊਨਿਟੀਜ਼ ਭਾਈਚਾਰਾ ਹੈਗਾ, ਉਹ ਜਿਹੜਾ ਵਾ ਇਹ ਪਾਰਟੀ ਨੂੰ ਸਮਝਦਾ ਕਿ ਸਾਡੀ ਇਹ ਮਾਂ ਪਾਰਟੀ ਆ ਰਾਈਟ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਚਾਹੇ PR ਐਲੀਅਟ ਟਰੂਡੋ ਦੀ ਹੋ ਜਾਏ, ਚਾਹੇ ਅੱਜ ਉਹਨਾਂ ਨੇ ਜੋ ਕੀਤਾ ਇਮੀਗ੍ਰੈਂਟਸ ਲਈ, ਪੀਅਰਸਨ ਤੋਂ ਲੈ ਉਹਨਾਂ ਤੋਂ ਬਾਕੀ ਵੀ ਲੀਡਰ ਚੱਲਦੇ ਆ, ਪਰ ਜਸਟਿਨ ਟਰੂਡੋ ਉਹਨਾਂ ਨੇ ਜੋ ਪਿਛਲੇ 2 ਸਾਲਾਂ ਦੇ ਵਿੱਚ ਕਮਿਊਨਿਟੀ ਪ੍ਰਤੀ ਔਰ ਕੈਨੇਡਾ ਦੀਆਂ ਜਿਹੜੀਆਂ ਖਾਸ ਕਰਕੇ ਉਹ ਲੋਕ ਜਿਹੜੇ ਨੂੰ ਇਸ ਵੇਲੇ ਸਰਕਾਰ ਦੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤ ਸੀਗੀ, ਉਹਦੇ ਵਿੱਚ ਉਹਨਾਂ ਨੇ ਸਰੀ ਨੂੰ ਜਿਹੜੀਆਂ ਬੜੀਆਂ ਪ੍ਰਾਇਓਰਟੀਜ਼ ਦਿੱਤੀਆਂ ਹੈਗੀਆਂ ਨੇ। ਕਿਉਂ ਮਿਡਲ ਕਲਾਸ ਫੈਮਲੀਜ਼ ਦੀ ਗੱਲ ਕਰ ਲਈਏ, ਉਹਨਾਂ ਦੇ ਟੈਕਸ ਘਟਾਉਣ ਦੀ ਗੱਲ ਕਰ ਲਈਏ, LRT ਜਾਣੀ ਇੱਥੋਂ ਦੀ ਉਹਦੀ ਗੱਲ ਕਰ ਲਈਏ, ਔਰ ਉਸ ਤੋਂ ਬਾਅਦ ਜਿਹੜੀ ਹੈਗੀ ਚਾਈਲਡ ਕੇਅਰ ਬੈਨੀਫਿਟਸ ਜਿਹੜੇ ਹੈਗੇ ਨੇ, ਜਿਹੜੀਆਂ
ਯੰਗ ਫੈਮਲੀਜ਼ ਨੇ ਉਹਨਾਂ ਨੂੰ, ਸੋ ਬਜ਼ੁਰਗਾਂ ਦੀ ਪੈਨਸ਼ਨ ਦੀ ਗੱਲ ਕਰ ਲਈਏ। ਸੋ ਜਦੋਂ ਇਹ ਪਾਲਿਸੀਜ਼ ਦੇਖਦੇ ਹੈਗੇ ਆ, ਪ੍ਰੋਗਰੈਸਿਵ ਪਾਲਿਸੀਜ਼, ਇਹ ਲੋਕਾਂ ਨੂੰ ਜਿਹੜੀਆਂ ਨੇ ਉਹ ਚੰਗੀਆਂ ਲੱਗਦੀਆਂ ਔਰ ਲੀਡਰ ਚੰਗੇ ਲੱਗਦੇ ਨੇ। ਜਦੋਂ ਰੈਲੀ ਹੋਈ ਆ ਉੱਥੇ ਮਤਲਬ ਮੀਂਹ ਪੈਂਦੇ 'ਚ ਵੱਡੀ ਲਾਈਨ ਅਪ ਸੀਗੀ। ਸਾਡਾ ਪ੍ਰਭਾਵ ਕਾਫੀ ਪੈ ਗਿਆ, ਲੋਕਾਂ ਨੂੰ ਕੰਫਰਟ ਹੋ ਗਿਆ, ਜਿਨ੍ਹਾਂ ਨੂੰ ਅੱਗੇ ਨਹੀਂ ਵੀ ਸੀ ਯਕੀਨ ਇਸ ਗੌਰਮੈਂਟ 'ਤੇ ਜਾਂ ਇਹਨਾਂ ਦੇ ਪਾਲਿਸੀਆਂ 'ਤੇ, ਉਹਨਾਂ ਨੂੰ ਦੱਸ ਪਿਆ ਔਰ ਉਹਦੇ ਕਾਰਨ ਇਹ ਇਲੈਕਸ਼ਨ ਜਿੱਤ ਹੋਈ ਆ। ਜੇ ਤੁਸੀਂ ਦੇਖੋਗੇ ਜਸਟਿਨ ਟਰੂਡੋ ਜਿੱਥੇ ਵੀ ਗਏ ਰੈਲੀਆਂ 'ਤੇ, ਜਦੋਂ ਰੈਲੀ ਨਹੀਂ ਵੀ ਕੀਤੀ ਸੀ, ਸਿਰ ਕਾਫੀ ਸ਼ਾਪ ਦੋਵਾਂ ਦੇ ਅਨਾਊਂਸ ਕੀਤਾ ਸੀ ਉਹਨੇ ਆਉਣਾ, ਅਤੇ ਉੱਥੇ ਵੀ 1000-2000 ਬੰਦਾ ਉੱਥੇ ਇਕੱਠਾ ਹੋ ਗਿਆ ਸੀਗਾ। ਔਰ ਸੇਮ ਡੇ ਐਂਡਰੂ ਸ਼ੀਰ ਨੇ ਅਨਾਊਂਸ ਕਰਕੇ ਕੀਤਾ ਔਰ ਰੈਲੀ ਔਰਗਨਾਈਜ਼ ਕੀਤਾ ਤਾਂ ਉਹਦਾ 250-300 ਹੀ ਸਿਰਫ ਸੀਗਾ। ਸੋ ਇਹ ਦੱਸਦਾ ਕਿ ਸਾਡੀ ਸਰਕਾਰ ਚੰਗਾ ਕਰ ਰਹੀ ਔਰ ਲੋਕ ਜਸਟਿਨ ਟਰੂਡੋ ਦੇ ਨਾਲ ਕਾਫੀ ਖੁਸ਼ ਆ। ਬਹੁਤ ਜਿਹੜੀ ਆ ਵਧੀਆ ਇੱਕ ਜਿੱਤ ਹੈਗੀ ਆ ਔਰ ਇਹ ਪ੍ਰਧਾਨ ਮੰਤਰੀ ਉਹਨਾਂ ਦੀ ਲੀਡਰਸ਼ਿਪ ਔਰ ਗੋਲਡੀ ਹੋਗ ਉਹਨਾਂ ਦੀ ਕੈਂਡੀਡੇਸੀ ਅਤੇ ਜਿਹੜੀ ਉਹਨਾਂ ਦੀ ਟੀਮ ਆ ਉਹਦੀ ਜਿਹੜੀ ਆ, ਮੈਂ ਸੋਚਦਾ ਇਹ ਇੱਕ ਉਹਦੇ ਵਿੱਚ ਉਹ ਜਿੱਤ ਵੀ ਆ ਔਰ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਹੈਗਾ ਉਹ ਬੜਾ ਵਲੰਟੀਅਰਸ ਨੂੰ ਹੌਸਲਾ ਮਿਲਿਆ ਹੈ। ਗੋਲਡੀ ਹੋਗ ਹੁਣੀ ਜੋ ਸੇਵਾ ਉਸ ਹਲਕੇ ਦੇ ਵਿੱਚ ਕੀਤੀ ਹੈ 40 ਵਰਿਆਂ ਤੋਂ, ਬੜੀ ਯੰਗ ਉਮਰ ਤੋਂ ਪਹਿਲਾਂ ਸਿਟੀ ਕਾਉਂਸਲਰ ਰਹੇ, ਫਿਰ ਮੇਅਰ ਰਹੇ ਵਾਈਟ ਰੌਕ ਦੇ, ਫਿਰ ਸਾਊਥ ਸਰੀ ਦੇ MLA ਰਹੇ, ਉਸ ਤੋਂ ਬਾਅਦ ਮਿਨਿਸਟਰ ਵੀ ਰਹੇ ਆ, ਕਾਕਸ ਚੇਅਰ ਵੀ BC ਦੇ ਰਹੇ ਆ। ਸੋ ਉਹਨੇ ਕਾਫੀ ਸੇਵਾਵਾਂ ਕੀਤੀਆਂ ਔਰ ਲੋਕ ਜਨਰਲੀ ਉਹਨਾਂ ਨੂੰ ਬੜਾ ਲਾਈਕ ਕਰਦੇ ਸੀ। ਸੋ ਆਈ ਥਿੰਕ ਕੰਬੀਨੇਸ਼ਨ ਐਫਰਟ ਵੀ ਬੜੀ ਹੋਈ ਆ ਸਾਰੇ ਧੜਿਆਂ, ਦੋਨੇ ਕੰਸਰਵੇਟਿਵ ਨੇ ਬਹੁਤ ਜ਼ੋਰ ਲਾਇਆ, ਉਹਨਾਂ ਦੇ ਵੀ ਲੀਡਰ ਨੇ 2 ਵਾਰੀ ਉੱਥੇ ਹਾਜ਼ਰੀ ਦਿੱਤੀ, ਲਿਬਰਲ ਪਾਰਟੀ ਦੇ ਵੀ ਲੀਡਰ ਨੇ 2 ਵਾਰੀ ਦਿੱਤੀ ਆ, ਸਾਡੀ ਟੀਮ ਨੇ ਵੀ ਬਹੁਤ ਜ਼ੋਰ ਲਾਇਆ। ਤੁਸੀਂ ਦੇਖੋਗੇ ਉੱਥੇ ਸਾਰੇ ਜਿੰਨੇ ਸਾਡੇ MP ਹੈਗੇ ਆ ਲੋਅਰ ਮੇਨਲੈਂਡ ਦੇ, ਸਾਰੇ ਨੇ ਆ ਕੇ ਜ਼ੋਰ ਲਾਇਆ, ਉਹਨਾਂ ਨੇ ਵੀ ਲਾਇਆ। NDP ਬਹੁਤ ਡਰੋਪ ਹੋਈ ਆ ਔਰ ਖਾਸ ਕਰਕੇ ਮੈਂ ਬੜਾ ਹੈਰਾਨਗੀ ਦੀ ਗੱਲ ਹੈ ਕਿ ਜਗਮੀਤ ਸਿੰਘ ਹੁਣੀ ਆਏ ਵੀ ਨਹੀਂ ਇਸ ਰਾਈਡਿੰਗ ਦੇ ਵਿੱਚ। ਉਹਨੇ ਨਾਲੇ ਸਰੀ ਦੇ ਵਿੱਚ ਇੰਨਾ ਅਹਿਮ ਉਹਨਾਂ ਦੀ ਫੰਡ ਰੇਜ਼ਿੰਗ ਵੀ ਨਹੀਂ ਕੀਤੀ, ਔਰਗਨਾਈਜੇਸ਼ਨ ਵੀ ਕੀਤੀ ਆ, ਪਰ ਸਾਊਥ ਸਰੀ 'ਚ ਇੱਕ ਵਾਰੀ ਵੀ ਨਹੀਂ ਉਹਨੇ ਦਿੱਤਾ। ਨਾਲੇ ਉਹ MP ਨਹੀਂ ਹੈਗੇ, ਉਹਨਾਂ ਦਾ ਟਾਈਮ ਦਾ ਕੋਈ ਪਾਬੰਦੀ ਨਹੀਂ ਹੈਗੀ। ਇੱਕ ਗਿਣਿਆ ਜਾਂਦਾ ਵਾ ਸਿੱਖ ਭਾਈਚਾਰੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਵੋਟ ਪਾਈ, ਤੁਸੀਂ ਕਿੱਦਾਂ ਲੈਂਦੇ? ਬਿਲਕੁਲ ਦੇਖੋ ਸਹੀ ਹੈ, ਕਿਉਂਕਿ ਹੁਣ ਜਿਹੜੀ ਕਮਿਊਨਿਟੀ ਆ ਇਹ ਵੱਧਦੀ ਆ, ਕਿਉਂਕਿ ਜਦੋਂ ਆਪਾਂ ਦੇਖੀਏ ਸਰੀ ਦੇ ਵਿੱਚ ਇਸ ਵੇਲੇ ਚਾਹੇ ਉਹ ਬਿਜ਼ਨਸ ਦੀ ਗੱਲ ਕਰ ਲਓ, ਪ੍ਰੋਫੈਸ਼ਨਲ ਖੇਤਰ ਦੀ ਜਾਂ ਕਿਸੇ ਵੀ ਕਾਮੇ ਵੀ ਦੇ ਲਈਏ, ਤਾਂ ਸਰੀ ਦੇ ਵਿੱਚ ਕਮਿਊਨਿਟੀ ਦੀ ਇੱਕ ਬਹੁਤ ਵੱਡੀ ਦੇਣ ਹੈਗੀ ਹੈ ਸਰੀ ਦੀ ਇਕਨੋਮਿਕ ਪ੍ਰੋਸਪੈਰਿਟੀ ਦੇ ਲਈ। ਪਰ ਉਹਦੇ ਵਿੱਚ ਦੇਖਦੇ ਹਾਂ ਇਸ ਏਰੀਆ ਦੇ ਵਿੱਚ ਵੱਡੀ ਗਿਣਤੀ 'ਚ ਆਪਣੇ ਭਾਈਚਾਰਾ, ਔਰ ਉਹ ਭਾਈਚਾਰੇ ਦੀ ਖਾਸੀਅਤ ਇਹ ਦੇਖੀ ਆ ਵੀ ਐਤਕੀ ਲੱਤਾਂ ਨਹੀਂ ਖਿੱਚੀਆਂ, ਬਈ ਜੇ ਇੱਕ ਜਾਣਾ ਇੱਧਰ ਨੂੰ ਲੱਗਿਆ ਕਈ ਵਾਰ ਅਸੀਂ ਦੂਜਾ ਜਿਹੜਾ ਕਹਿੰਦੇ ਨਹੀਂ ਜੀ ਉਹ ਉੱਧਰ ਲੱਗਿਆ ਅਸੀਂ ਪਾਸੇ ਹਟ ਜਾਣਾ। ਇਹ ਬੜੀ ਵੱਡੀ ਗੱਲ ਸੀਗੀ ਕਿ ਕਮਿਊਨਿਟੀ ਜਿਹੜੀ ਸੀਗੀ ਉਹ ਯੂਨੈਨਿਮਸਲੀ ਜਿਹੜਾ ਸੀ ਇਕੱਠੇ ਹੋ ਕੇ ਲੱਗੇ ਸੀ। ਡਜ਼ਨਟ ਮੈਟਰ ਕਿਹੜੀ ਸਫਾ, ਕਿਹੜਾ ਇਨਸਾਨ, ਕਿਹੜਾ ਲੀਡਰ ਜਿਹੜਾ ਸੀਗਾ ਉਹ ਹੈਗਾ ਲੀਡ ਕਰਦਾ, ਅਤੇ ਉਹ ਵੱਡੀ ਜਿਹੜੀ ਮੈਂ ਕਹਿੰਦਾ ਕਮਿਊਨਿਟੀ ਦੇ ਲਈ ਵੀ ਇੱਕ ਵੱਡਾ ਵਧੀਆ ਪੋਜ਼ੀਟਿਵ ਮੈਸੇਜ ਜਿਹੜਾ ਪ੍ਰਧਾਨ ਮੰਤਰੀ ਨੂੰ ਸੈਂਡ ਕੀਤਾ, ਲਿਬਰਲ ਪਾਰਟੀ ਨੂੰ ਔਰ ਗੋਲਡੀ ਹੋਗ ਨੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੱਸਿਆ ਕਿ ਸਾਡਾ ਭਾਈਚਾਰਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਕੰਮ ਕਰਨ 'ਚ ਸਮਰੱਥਾ ਰੱਖਦਾ। ਔਰ ਜਦੋਂ ਇਹ ਸਮਰੱਥਾ ਰੱਖਦੇ ਹਾਂ ਅਸੀਂ ਇਕੱਠੇ ਹੋ ਕੇ ਕਰਨ ਦੀ, ਤਾਂ ਡਿਫਰੈਂਸ ਜਿਹੜਾ ਜਦੋਂ ਖਾਸ ਕਰਕੇ ਇਹੋ ਜਿਹੀਆਂ ਰਾਈਡਿੰਗਸ ਨੇ ਉਹਨਾਂ ਦੇ ਵਿੱਚ ਮੇਕ ਡਿਫਰੈਂਸ ਕਰਦਾ। ਔਰ ਭਾਈਚਾਰੇ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਮੈਂ ਸਾਰਿਆਂ ਨੂੰ ਜਿਹੜੀ ਆ ਉਹ ਵਧਾਈ ਦਿੰਦਾ, ਔਰ ਉਹਦੇ ਵਿੱਚ ਬਹੁਤ ਸਾਰੇ ਤੁਹਾਡੇ ਜਿਹੜੇ ਅੱਜ ਦਰਸ਼ਕ ਵੀ ਹੋਣਗੇ ਉਸ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸਾਊਥ ਸਰੀ ਵਾਈਟ ਰੌਕ ਦੇ ਵਿੱਚ ਗੋਲਡੀ ਹੋਗਨਾਂ ਨੂੰ ਜਿਹੜਾ MP ਚੁਣ ਕੇ ਭੇਜਿਆ। ਇਸ ਦੇ ਨਾਲ ਮੈਂ ਦੱਸਦਾ ਜਾਂ ਕਿ ਲਿਬਰਲ ਪਾਰਟੀ ਨੂੰ 47% ਵੋਟਾਂ ਕਾਸਟ ਹੋਈਆਂ, ਜਦ ਕਿ ਦੂਜੇ ਪਾਸੇ ਟੋਰੀ ਪਾਰਟੀ ਨੂੰ 42%। ਕਾਫੀ ਸਖਤ ਮੁਕਾਬਲਾ ਰਿਹਾ, ਪਰ ਆਖਿਰ ਦੇ ਵਿੱਚ ਗੋਲਡੀ ਹੋਗ ਉੱਥੇ ਜੇਤੂ ਰਹੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਰਸਾਉਂਦਿਆਂ ਖਾਲਸਾ ਸਕੂਲ ਬ੍ਰੈਂਪਟਨ ਵੱਲੋਂ ਇੱਕ ਸ਼ਹੀਦੀ ਸਮਾਗਮ ਆਰਗੇਨਾਈਜ਼ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਨਾਲ ਹੀ ਕੀਰਤਨ ਸਰਵਣ ਕੀਤਾ ਤੇ ਕਵਿਸ਼ਰੀ ਵੀ ਪੇਸ਼ ਕੀਤੀ। ਇਸ ਦੇ ਨਾਲ ਹੀ ਬੱਚਿਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਹਿਸਟਰੀ ਨੂੰ ਦਰਸਾਉਂਦਾ ਇੱਕ ਆਰਟ ਵਰਕ ਵੀ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਹਾਲਵੇ ਵਿੱਚ ਪੇਸ਼ ਕੀਤਾ ਗਿਆ। ਖਾਲਸਾ ਕਮਿਊਨਿਟੀ ਸਕੂਲ ਬ੍ਰੈਂਪਟਨ ਵਿਖੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਭਾਸ਼ਣ ਤੇ ਕਵਿਸ਼ਰੀ ਵਿੱਚ ਹਿੱਸਾ ਲਿਆ। ਜਰੀਆਂ ਤਕਲੀਫਾਂ ਦਾਤਾ ਕੌਮ ਲਈ ਬਣੀਆਂ ਤੂੰ, ਕਾਈਆਂ ਚਮਕੌਰ ਦੇ ਅੰਦਰੋਂ ਤੀਰਾਂ ਦੀਆਂ ਜੜੀਆਂ ਤੂੰ, ਤੋਰੀਆਂ ਸੋਹਣੀ ਕੌਮ ਤੋਂ ਲਾਲਾਂ ਦੀਆਂ ਲੜੀਆਂ ਤੂੰ, ਰਣ ਦੇ ਵਿੱਚ ਬੱਚਿਆਂ ਦੀ ਸੀ ਇਹ
ਦਸੰਬਰ ਦੇ ਮਹੀਨੇ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹੀਦੀ ਸੰਸਾਰ ਦੇ ਇਤਿਹਾਸ ਵਿੱਚ ਦਰਜ ਹੈ। ਇਹ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀ ਹੈ। ਐਸੇ ਨੂੰ ਦਰਸਾਉਂਦਾ ਕੁਝ ਆਰਟ ਵਰਕ ਬੱਚਿਆਂ ਵੱਲੋਂ ਤਿਆਰ ਕਰਕੇ ਸਕੂਲ ਦੇ ਹਾਲਵੇ ਵਿੱਚ ਪੇਸ਼ ਕੀਤਾ ਗਿਆ, ਜੋ ਇਸ ਇਤਿਹਾਸ ਨੂੰ ਕਲਾ ਰਾਹੀਂ ਬਿਆਨ ਕਰ ਰਿਹਾ ਸੀ। ਸੋ ਅੱਜ ਅਸੀਂ ਇਸ ਦਿਨ ਤੇ ਮਾਪਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਛੁੱਟੀਆਂ ਆ ਰਹੀਆਂ ਨੇ, ਬੱਚਿਆਂ ਦੇ ਨਾਲ ਇਹਨਾਂ ਦਿਹਾੜਿਆਂ ਬਾਰੇ, ਸਾਡੇ ਸਿੱਖ ਇਤਿਹਾਸ ਬਾਰੇ ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਉਹਨਾਂ ਨਾਲ ਡਿਸਕਸ ਕਰੋ, ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ, ਬੱਚਿਆਂ ਦੇ ਜੀਵਨ ਦੇ ਵਿੱਚ ਅਸੀਂ ਕੋਈ ਟਰਾਂਸਫਰਮੇਸ਼ਨ ਲਿਆ ਸਕੀਏ, ਕੋਈ ਉਹਨਾਂ ਗੁਣਾਂ ਨੂੰ ਉਹਨਾਂ ਦੇ ਵਿੱਚ ਧਾਰਨ ਕਰਨ ਦੇ ਵਿੱਚ ਸਹਾਈ ਹੋ ਸਕੀਏ। ਅਤੇ ਖਾਲਸਾ ਕਮਿਊਨਿਟੀ ਸਕੂਲ ਸਮੇਂ-ਸਮੇਂ 'ਤੇ ਬੱਚਿਆਂ ਦੇ ਵਿੱਚ ਇਹ ਗੁਣ ਭਰਨ ਦੇ ਲਈ ਅਕੈਡਮਿਕ ਐਜੂਕੇਸ਼ਨ ਦੇ ਨਾਲ ਇਹ ਜਿਹੜੀਆਂ ਇਹੋ ਜਿਹੀਆਂ ਗਤੀਵਿਧੀਆਂ, ਇਹੋ ਜਿਹੇ ਦਿਨ ਨੇ ਆਮ ਤੌਰ 'ਤੇ ਮਨਾਉਂਦਾ ਰਹਿੰਦਾ। ਚਾਰ ਸਾਹਿਬਜ਼ਾਦਿਆਂ ਨੇ ਆਪਦੀ ਕੁਰਬਾਨੀ ਦੇ ਦਿੱਤੀ ਪਰ ਧਰਮ ਨਹੀਂ ਹਾਰਿਆ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ। ਛੋਟੇ ਸਾਹਿਬਜ਼ਾਦੇ ਜਦ ਦੇਖਿਆ ਜਾਵੇ ਤਾਂ ਉਮਰ 'ਚ ਬਹੁਤ ਛੋਟੇ ਸਨ, ਪਰ ਉਹਨਾਂ ਦੀ ਸੋਚ ਉੱਚੀ ਸੀ। ਆਪਾਂ ਉਹਨਾਂ ਤੋਂ ਸਿੱਖਿਆ ਹੈ ਕਿ ਆਪਾਂ ਆਪਦੀ ਲਾਈਫ ਵਿੱਚ ਕਿਵੇਂ ਇੰਪਰੂਵ ਹੋਈਏ। ਚਾਰ ਸਾਹਿਬਜ਼ਾਦਿਆਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਅਸੀਂ ਇਸੇ ਤਰ੍ਹਾਂ ਸਕੂਲ 'ਚ ਸਿੱਖੇ ਪ੍ਰੋਜੈਕਟ ਬਣਾਏ ਹਨ ਜਿਹੜੇ ਹਾਲਵੇ ਵਿੱਚ ਡਿਸਪਲੇ ਹੋਏ ਹਨ। ਚਾਰ ਸਾਹਿਬਜ਼ਾਦੇ ਆਪਣੇ ਗੁਰੂ ਪਿਤਾ ਅਤੇ ਮਾਤਾ ਜੀ ਨੂੰ ਬਹੁਤ ਰਿਸਪੈਕਟ ਕੀਤਾ ਅਤੇ ਉਹਨਾਂ ਦੇ ਓਬੀਡੀਐਂਸ ਰਹੇ, ਅਤੇ ਸਾਨੂੰ ਵੀ ਆਪਣੇ ਪੇਰੈਂਟਸ ਅਤੇ ਸਾਡੇ ਟੀਚਰਸ ਨੂੰ ਰਿਸਪੈਕਟ ਕਰਨਾ ਚਾਹੀਦਾ ਅਤੇ ਉਹਨਾਂ ਦੇ ਓਬੀਡੀਐਂਟ ਰਹਿਣਾ ਚਾਹੀਦਾ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਵਿੱਚ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾ ਰਹੇ ਹਾਂ। ਉਹ ਅਸੀਂ ਇੱਦਾਂ ਕਰ ਰਹੇ ਹਾਂ ਕਿ ਲੰਬਾ ਅਸੈਂਬਲੀ ਕਰਕੇ, ਜਿਹਦੇ ਵਿੱਚ ਅਸੀਂ ਕਾਫੀ ਸ਼ਬਦ ਪੇਸ਼ ਕਰਦੇ ਹਾਂ ਅਤੇ ਅਸੀਂ ਉਸ ਰਿਫਲੈਕਟ ਕਰਦੇ ਹਾਂ ਕਿ ਉਹਨਾਂ ਦੀ ਕੁਰਬਾਨੀ ਨੇ ਕਿਵੇਂ ਸਾਡੇ ਸਿੱਖ ਧਰਮ ਨੂੰ ਬਚਾਇਆ ਅਤੇ बढ़ाया। ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ ਦ੍ਰਿੜ ਰਹਿੰਦੇ ਹੋਏ ਸਿੱਖ ਧਰਮ ਦੀਆਂ ਨੀਹਾਂ ਮਜ਼ਬੂਤ ਕੀਤੀਆਂ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਿੱਖਾਂ ਅਤੇ ਵਿਸ਼ੇਸ਼ ਕਰਕੇ ਸਿੱਖ ਬੱਚਿਆਂ ਲਈ ਚਾਨਣ ਮੁਨਾਰਿਆਂ ਦਾ ਕੰਮ ਕਰਨਗੀਆਂ। ਸੋ ਇਸ ਦੇ ਨਾਲ ਹੀ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਨੈਕਸਟ ਵੀਕ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਕ੍ਰਿਸਮਸ ਤੇ ਨਿਊ ਈਅਰ ਦੀਆਂ ਰੌਣਕਾਂ ਤੁਹਾਡੇ ਰੂਬਰੂ ਕਰਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਨੈਕਸਟ ਵੀਕ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਐਂਡ ਹੈਪੀ ਹੌਲੀਡੇਜ਼।